ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याहि कुल ते प्रगट होए, ताहि कुल को नाम। पुन द्वादश गुरिंद को, मेरी है परिणाम। परम सत्कारयोग हाजरीन साध संगत जी, इस पावन पवित्र सचखंड दरबार की हाजरी भरते हुए अपनियां हाजरियां अते दास की हाजरी लवाउण दे वास्ते सारे सज्जनां दे चरनां च प्रार्थना है। पांधा बुल्ला सी जदों मसीत अंदर, छुरी दया नूं छड्ड चलाउण लगा। राह भाई भी नानक दा भुल के ते चढ़दी कला नूं आप ही ढाउण लगा। छाई जदों सी जुल्म दी रात नेरी, पाप धर्म दी पिठ जद लाउण लगा। सच चंद्रमा कूड़ दी मस्या तो डरदा अपना आप छुपाउण लगा। तड़फे आत्मा भारत दी बोल उठी, सुन के हाय ते हाहाकार सतगुर। तदों जामा मनुख दा धार आया, दूजी वार फिर राम अवतार सतगुर। चरना तो लैके इस सीस तक सारा शरीर पवित्र हो चुका है। तुहाडा साध संगत जी 24 घंटे अठे पैर श्वास श्वास सतगुरु जी के दर्शन, सतगुरु जी का नाम, गुरु घर की तन करके मन करके धन करके सेवा करते हो पे। दास ने प्रार्थना की है हाजरी भरन दे वास्ते। अपनी हाजरी अते दास की हाजरी लवाउण दे वास्ते सब माई भाई प्रेम सत्कार नाल गज के आखो, धन श्री सतगुरु राम सिंह जी। जिन्हां दी बदौलत, जिन्हां दी किरपा दे नाल ये तप, ये तपस्या, ये प्रयोग, जिन्हां ने बहुत कठिनताई ना किया साध संगत, बहुत कठिनताई ना किया गुरु दे प्यारे। ज्यों कर बेड़ी पानी अंदर करदी है एक कारे, आप रहे विच पानी डुबी ते पर लोकां नूं तारे। इसे तरह करनी वाले आप जुल्म विच रह के, सर्फ जिहे लख पापियां दे ने कर दे पार किनारे। साध संगत जिस श्री सतगुरु प्रताप सिंह सच्चे पातशाह ने किरपा की थी, एडा कठिन तप मन करके ते तन करके साध संगत ओह दोनों चीज़ां करके गुरु दे प्यारे सानू सेध दिती। इस लोक ते परलोक नूं सुधारन दे वास्ते इस कलयुग दे घोर भयानक समय दे विच बख्शिश कीती। आपां उन्हां दे चरनां दे विच उन्हां दी हाजरी भरदे होए सारे प्रेम सत्कार नाल गज के आखो, धन श्री सतगुरु प्रताप सिंह जी। तीसरी गल हुण साध संगत उन्होंने ये किरपा की थी, ते जिन्हां दी किरपा दे नाल ऐ सानू सुभाग समा प्राप्त होया। साध संगत
ਇਹ ਕਿਸ ਤਰ੍ਹਾਂ ਦਾ ਸੁਭਾਗ ਸਮਾਂ ਹੈ? ਜਦੋਂ ਤੁਸੀਂ ਇਤਿਹਾਸ ਤੇ ਝਾਤੀ ਮਾਰੋਗੇ, ਮਹਾਤਮਾ ਕਬੀਰ ਜੀ ਦਾ ਆਖਰੀ ਸਮਾਂ ਆ ਗਿਆ ਸਾਧ ਸੰਗਤ 'ਚ। ਭਗਵਾਨ ਨੇ ਸੱਚਖੰਡ ਤੋਂ ਲੈ ਕੇ ਤੇ ਮਾਤ ਲੋਕ ਤੱਕ ਸੁਗੰਧੀ ਫੈਲਾਤੀ ਸਾਧ ਸੰਗਤ 'ਚ। ਸਾਰਾ ਵਾਯੂਮੰਡਲ ਸੁਗੰਧੀ ਹੋ ਗਿਆ ਗੁਰੂ ਦੇ ਪਿਆਰੇ। ਭਗਤ ਨੇ ਆਉਣਾ ਸਾਧ ਸੰਗਤ 'ਚ। ਬੜੇ ਬੜੇ ਗਣ ਗੰਧਰਵ ਉਹ ਰਾਗ ਅਲਾਪਣ ਲੱਗ ਪਏ। 33 ਕਰੋੜ ਦੇਵਤੇ ਸਵਾਗਤ ਵਾਸਤੇ ਖਲੋ ਗਏ। ਰਾਮਗਣ ਜਦੋਂ ਸਾਹਮਣੇ ਆਏ, ਕਬੀਰ ਜੀ ਵੈਰਾਗੀ ਹੋ ਗਏ। ਸਾਸ ਅੱਖਾਂ ਜਲ ਆ ਗਿਆ ਗੁਰੂ ਦੇ ਪਿਆਰਿਓ, ਜਲ ਆ ਗਿਆ। ਜਦੋਂ ਜਲ ਆ ਗਿਆ ਤੇ ਰਾਮਗਣ ਕਹਿੰਦੇ ਨੇ, ਮਹਾਤਮਾ ਜੀ ਸੱਚਖੰਡ ਤੋਂ ਲੈ ਕੇ ਤੇ ਮਾਤ ਲੋਕ ਤੱਕ ਸਾਰੀ ਸੁਗੰਧੀ ਸੁਗੰਧੀ ਹੋ ਚੁੱਕੀ ਹੈ। 33 ਕਰੋੜ ਦੇਵਤੇ ਤੁਹਾਡੇ ਸਤਿਕਾਰ ਵਾਸਤੇ ਖਲੋਤੇ ਨੇ। ਖੁਦ ਭਗਵਾਨ ਆਪ ਸੱਚਖੰਡ ਦੇ ਦੁਆਰੇ ਤੇ ਤੁਹਾਡਾ ਸਤਿਕਾਰ ਕਰਨ ਵਾਸਤੇ ਖਲੋਤਾ ਹੈ, ਤੇ ਤੁਹਾਡੇ ਅੱਖੋਂ ਜਲ ਜਾਣ ਲੱਗ ਪਿਆ। ਕੀ ਗੱਲ ਹੈ? ਅੱਖਾਂ ਜਲ ਨਿਕਲਣ ਲੱਗ ਪਏ, ਕੀ ਗੱਲ ਹੈ? ਮਹਾਤਮਾ ਕਬੀਰ ਜੀ ਕਹਿੰਦੇ ਨੇ, ਇਹ ਰਾਮਗਣੋ, ਰੱਬ ਨੇ ਸੱਦਾ ਭੇਜਿਆ, ਦਿਓ ਕਬੀਰਾ ਰੋਏ, ਜੋ ਸੁਖ ਸਾਧੂ ਸੰਗ ਮੈਂ ਸੋ ਬੈਕੁੰਠ ਨਾ ਹੋਏ। ਕਹਿੰਦਾ ਰਾਮਗਣੋ, ਉਹ ਜਿਹੜਾ ਮੈਨੂੰ ਸੁਖ ਸਤਿਗੁਰ ਦੀ ਸ਼ਰਨ ਦੇ ਵਿੱਚ ਹੈ, ਇਸ ਸਤ ਸੰਗ ਦੇ ਵਿੱਚ ਹੈ, ਉਹ ਸੁਖ ਮੈਨੂੰ ਉੱਥੇ ਮਿਲਣਾ ਨਹੀਂ। ਸਾਧ ਸੰਗਤ 'ਚ ਮਿਲਣਾ ਨਹੀਂ ਗੁਰੂ ਦੇ ਪਿਆਰੇ। ਤਾਂ ਅੱਖਾਂ ਜਲ ਆ ਗਿਆ। ਆਪ ਸੱਜਣ ਦੇਸਾਂ ਦੇ ਵਿੱਚੋਂ, ਵਿਦੇਸਾਂ ਦੇ ਵਿੱਚੋਂ, ਦੂਰ ਨੇੜੇ ਆਪਣੇ ਦੁਨਿਆਵੀ ਕਾਰੋਬਾਰ ਦੇ ਕੰਮਾਂ ਦਾ ਤਿਆਗ ਕਰਦੇ ਹੋਏ ਇਸ ਜਪ ਦੇ ਵਿੱਚ, ਇਸ ਪ੍ਰਯੋਗ ਦੇ ਵਿੱਚ, ਸਤਿਗੁਰਾਂ ਦੇ ਦਰਸ਼ਨਾਂ ਦੇ ਵਿੱਚ ਲੀਨ ਹੋਏ। ਲੀਨ ਹੋਏ। ਬੜਾ ਔਖਾ ਮਾਰਗ ਹੈ। 1-1 ਵਜੇ 12-12 ਵਜੇ ਆ ਕੇ ਬੈਠ ਜਾਣਾ ਬਹੁਤ ਔਖਾ, ਬਹੁਤ ਔਖਾ, ਬਹੁਤ ਔਖਾ, ਬਹੁਤ ਔਖਾ ਸਾਧ ਸੰਗਤ 'ਚ। ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਤੇ ਸਾਡੇ 'ਤੇ ਕਿਰਪਾ ਕਰਦੇ ਨੇ ਪਏ, ਉਹਨਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਾਉਂਦੇ ਹੋਏ ਇਸ ਦਾਸ ਦੀ ਹਾਜ਼ਰੀ ਲਵਾਉਣ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ। ਸਾਧ ਸੰਗਤ ਜੀ, ਇਸ ਸਮੇਂ ਨੂੰ, ਇਹਨਾਂ ਸੁਵਾਸਾਂ ਨੂੰ, ਇਸ ਸੰਸਾਰਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਆਪ ਪਾਵਨ ਪਵਿੱਤਰ ਸਤਿਗੁਰੂ ਜੀ ਦਾ ਦੀਦਾਰ ਕਰਦੇ ਹੋ। ਕਥਾ, ਕੀਰਤਨ, ਨਾਮ, ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਸੇਵਾ ਸਿਮਰਨ ਦਾ ਪ੍ਰਵਾਹ ਚੱਲ ਰਿਹਾ ਹੈ। ਉਹਦੇ 'ਚ ਇਸ਼ਨਾਨ ਕਰ ਰਹੇ ਹੋ ਪਏ। ਜਦੋਂ ਧਰਮ ਗ੍ਰੰਥਾਂ ਨੂੰ ਸੁਣੋਗੇ, ਪੜ੍ਹੋਗੇ, ਕਹਿੰਦੇ ਨੇ, ਬੁੱਧ ਵਹੀ ਪ੍ਰਵਾਨ ਹੈ, ਕਰੈ ਜੋ ਪਾਰਿ ਉਪਕਾਰ, ਨਸ਼ਟ ਬੁੱਧ ਹੈ ਤਿਨੋਂ ਕੀ ਜਪੈ ਨਾ ਹਰ ਉਰ ਧਾਰ। ਸ਼ਾਸਤਰ ਕਹਿੰਦਾ ਹੈ, ਅਕਲ, ਬੁੱਧ, ਵਿਚਾਰ ਕਿਹੜੀ ਪ੍ਰਵਾਨ ਹੈ? ਕਰੈ ਜੋ ਪਾਰਿ ਉਪਕਾਰ। ਸਾਧ ਸੰਗਤ 'ਚ ਜਿਹੜਾ ਪਰਉਪਕਾਰ ਕਰਦੀ ਹੈ ਗੁਰੂ ਦੇ ਪਿਆਰਿਓ, ਬੜਾ ਧਿਆਨ ਰੱਖਣਾ। ਇੱਥੇ ਤਕਨੀਕ ਹੈ, ਇੱਕ ਤਕਨੀਕ ਹੈ। ਤਕਨੀਕ ਕਿਹੜੀ ਹੈ? ਪਰਉਪਕਾਰ ਕੋਈ ਦੇਸ਼ 'ਤੇ ਕਰਦਾ, ਕੋਈ ਪੰਥ 'ਤੇ ਕਰਦਾ, ਕੋਈ ਪਿੰਡ 'ਤੇ ਕਰਦਾ, ਕੋਈ ਇਲਾਕੇ 'ਤੇ ਕਰਦਾ, ਕੋਈ ਗਲੀ 'ਤੇ ਕਰਦਾ, ਕੋਈ ਮਹੱਲੇ 'ਚ ਕਰਦਾ, ਕੋਈ ਸ਼ਹਿਰ 'ਚ ਕਰਦਾ, ਤੇ ਕੋਈ ਭੈਣ ਭਰਾਵਾਂ 'ਤੇ ਪਰਉਪਕਾਰ ਕਰਦਾ। ਸਾਧ ਸੰਗਤ 'ਚ ਇੱਕ ਪਰਉਪਕਾਰ ਹੈ ਆਪਣੇ ਆਪ 'ਤੇ ਕਰਨਾ। ਸਾਧ ਸੰਗਤ 'ਚ ਇਹ ਤਕਨੀਕ ਹੈ ਗੁਰੂ ਦੇ ਪਿਆਰੇ।
ਇੱਕ ਪਰਉਪਕਾਰ ਆਪਣੇ ਆਪ ਤੇ ਕਰਨਾ, ਜਿਹੜਾ ਤੁਸਾਂ ਕੀਤਾ ਸਾਧ ਸੰਗਤ 'ਚ। ਜਿਹੜਾ ਮਨੁੱਖ ਆਪਣੇ ਆਪ ਤੇ ਪਰਉਪਕਾਰ ਨਹੀਂ ਕਰਦਾ, ਉਹਦੇ ਤੇ ਕੋਈ ਵੀ ਸਾਧੂ ਸੰਤ ਮਹਾਤਮਾ ਕੋਈ ਵੀ ਨਹੀਂ ਕਰਦਾ ਸਾਧ ਸੰਗਤ 'ਚ। ਓਹ ਬੜਾ ਧਿਆਨ ਰੱਖੋ ਇਹ ਗੱਲਾਂ ਦਾ, ਬੜਾ ਧਿਆਨ ਰੱਖਿਓ। ਜਿਹੜਾ ਮਨੁੱਖ ਆਪਣੇ ਆਪ ਤੇ ਪਰਉਪਕਾਰ ਨਹੀਂ ਕਰਦਾ, ਜੇ ਤੁਸੀਂ ਸਮਝ ਲੈਂਦੇ ਸਿਮਰਨ ਕਰ ਇੱਥੇ ਕਰ ਲੈਂਦੇ ਆ, ਦਰਸ਼ਨ ਕਰਦੇ ਰਹਿੰਦੇ ਸਤਿਗੁਰਾਂ ਦੇ, ਫਿਰ ਕਿਤੇ ਚਲੇ ਚੱਲਾਂਗੇ, ਤੁਸਾਂ ਘਰ ਆਪਣੇ ਆਨੰਦ ਲੈਣਾ ਸੀ ਸਾਧ ਸੰਗਤ 'ਚ। ਇਸ ਦੁਨਿਆਵੀ ਧੰਦਿਆਂ ਦੇ ਵਿੱਚ ਆਪਾਂ ਖਚਿਤ ਹੋਣਾ ਸੀ ਗੁਰੂ ਦੇ ਪਿਆਰਿਓ। ਜੇ ਤੁਸਾਂ ਪਰਉਪਕਾਰ ਕੀਤਾ ਹੈ ਆਪਣੇ ਆਪ ਤੇ, ਇਹ ਆਪਣੇ ਆਪ ਤੇ ਪਰਉਪਕਾਰ ਕਰਨਾ ਸਾਧ ਸੰਗਤ 'ਚ। ਆ ਕੇ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ ਪਏ, ਦਰਸ਼ਨ ਕਰਦੇ ਹੋ ਪਏ, ਸੇਵਾ ਸੁਮਨ ਕਰਦੇ ਹੋ ਪਏ। ਕਹਿੰਦੇ ਨੇ ਨਸ਼ਟ ਬੁੱਧ ਹੈ ਤੈਨੂੰ ਕੀ, ਜਿਹੜੇ ਆਪਣੇ ਆਪ ਤੇ ਪਰਉਪਕਾਰ ਨਹੀਂ ਕਰਦੇ ਉਹਨਾਂ ਦੀ ਬੁੱਧ ਨਸ਼ਟ ਹੈ ਸਾਧ ਸੰਗਤ 'ਚ, ਉਹ ਨਸ਼ਟ ਹੈ ਗੁਰੂ ਦੇ ਪਿਆਰਿਓ। ਜਦੋਂ ਤੁਸੀਂ ਮਹਾਤਮਾ ਤੁਲਸੀਦਾਸ ਨੂੰ ਸੁਣੋਗੇ, ਮਹਾਤਮਾ ਤੁਲਸੀਦਾਸ ਜੀ ਕਹਿੰਦੇ ਨੇ ਤੁਲਸੀ ਸੋ ਨਰ ਚਤੁਰ ਹੈ, ਰਾਮ ਭਗਤ ਮੇਂ ਲੀਨ, ਪਰ ਮਨ ਪਰ ਤਨ ਹਰਨ ਕੋ ਵੇਸ਼ਵਾ ਪੀ ਪ੍ਰਭੀਣ। ਉਹ ਚਾਤਰ ਲੋਕੋ, ਹੁਸ਼ਿਆਰ ਲੋਕੋ, ਸੁਣੋ ਗੱਲ। ਸੰਸਾਰ ਤੇ ਬੁੱਧੀਮਾਨ ਪੁਰਸ਼ ਕੌਣ ਹੈ, ਚਾਤਰ ਪੁਰਸ਼ ਕੌਣ ਹੈ, ਵਿਚਾਰਵਾਨ ਪੁਰਸ਼ ਕੌਣ ਹੈ? ਜਿਹੜਾ ਸਤਿਗੁਰ ਨਾਲ ਜੁੜਿਆ, ਸਤਿਗੁਰ ਦਾ ਨਾਂ ਲੈਂਦਾ ਸਾਧ ਸੰਗਤ 'ਚ, ਸਤਿਗੁਰ ਦਾ ਨਾਂ ਲੈਂਦਾ ਗੁਰੂ ਦੇ ਪਿਆਰਿਓ। ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਚਾਤਰ ਸਮਝਦੇ ਹੋ, ਬੜੇ ਹੁਸ਼ਿਆਰ ਸਮਝਦੇ ਹੋ ਪਏ, ਬੜੇ ਚਲਾਕ ਸਮਝਦੇ ਹੋ ਪਏ। ਉਹ ਤੁਹਾਡੇ ਨਾਲ ਤਾਂ ਵੇਸ਼ਵਾ ਬੜੀ ਚਾਤਰ ਹੈ। ਚਾਤਰ ਕਿਉਂ ਸਮਝਦੇ ਹੋ ਪਏ, ਚਲਾਕ ਕਿਉਂ ਸਮਝਦੇ ਹੋ ਪਏ, ਹੁਸ਼ਿਆਰ ਕਿਉਂ ਸਮਝਦੇ ਹੋ ਪਏ? ਸਾਡੇ ਕੋਲ ਬੜਾ ਧਨ ਹੈ, ਅਸੀਂ ਬੜਾ ਧਨ ਕਮਾਉਂਦੇ ਹਾਂ, ਅਸਾਂ ਬੜਾ ਧਨ ਇਕੱਠਾ ਕਰ ਲਿਆ। ਕਹਿੰਦੇ ਨੇ ਉਹ ਪਰਾਏ ਧਨ ਨੂੰ ਤੇ ਪਰਾਏ ਮਨ ਨੂੰ ਚੁਰਾਉਣ ਤੇ ਵੇਸ਼ਵਾ ਬੜੀ ਚਾਤਰ ਹੈ, ਵੇਸ਼ਵਾ ਬੜੀ ਚਾਤਰ ਹੈ। ਪਹਿਲਾਂ ਹਾਰ ਸ਼ਿੰਗਾਰ ਲਾਉਂਦੀ ਏ, ਦੁਕਾਨ ਤੇ ਬਹਿ ਜਾਂਦੀ ਏ, ਲੋਕਾਂ ਦੇ ਮਨ ਚੁਰਾ ਕੇ ਧਨ ਪ੍ਰਾਪਤ ਕਰਦੀ ਏ। ਉਹ ਇੰਨਾ ਧਨ ਪ੍ਰਾਪਤ ਕਰ ਲੈਂਦੀ ਏ, ਤੂੰ ਕਰ ਲੈ ਤਾਂ ਕਿਹੜੀ ਵੱਡੀ ਗੱਲ ਹੈ? ਉਹ ਤਾਂ ਕਿਹੜੀ ਵੱਡੀ ਗੱਲ ਹੈ? ਚਾਤਰ ਪੁਰਸ਼ ਕੌਣ ਹੈ? ਨਸ਼ਟ ਬੁੱਧ ਹੈ ਤੈਨੂੰ ਕੀ, ਉਹਨਾਂ ਦੀ ਬੁੱਧ ਨਸ਼ਟ ਹੈ ਸਾਧ ਸੰਗਤ 'ਚ। ਜਿਹੜੇ ਸਤਿਗੁਰੂ ਜੀ ਦੇ ਨਾਮ ਦੇ ਨਾਲ ਆਪਣੇ ਆਪ ਤੇ ਪਰਉਪਕਾਰ ਨਹੀਂ ਕਰਦੇ ਪਏ ਸਾਧ ਸੰਗਤ 'ਚ। ਨਿਰਮਲ ਬੁੱਧ ਹੈ ਤਿਨੋਂ ਕੀ, ਜੋ ਜਪਤੇ ਹਰੀ ਨਾਮ। ਨਿਰਮਲ ਬੁੱਧ ਸਾਧ ਸੰਗਤ, ਸਵੱਛ ਸਾਫ ਸਾਧ ਸੰਗਤ 'ਚ। ਸੋਭਾ ਪਾਵੈ ਜਗਤ ਮੈਂ, ਅਰ ਦਰਗਾ ਪ੍ਰਵਾਨ ਗੁਰੂ ਦੇ ਪੈਰ। ਆਪ ਤੁਹਾਡਾ ਫਲ ਸਾਧ ਸੰਗਤ 'ਚ। ਸੋਭਾ ਪਾਵੈ ਜਗਤ ਮੈਂ, ਇਸ ਸੰਸਾਰ ਦੇ ਵਿੱਚ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਦੇ ਵਾਕ ਅਨੁਸਾਰ। ਇਸ ਸਤ ਸੰਗ ਦਾ, ਸਤਿਗੁਰੂ ਜੀ ਦੇ ਦਰਸ਼ਨ ਦਾ, ਗੁਰੂ ਘਰ ਦੀ ਸੇਵਾ ਦਾ ਆਨੰਦ ਮਾਣਦੇ ਉਸ ਅਕਾਲ ਦਰਗਾਹ ਦੇ ਵਿੱਚ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ ਸਾਧ ਸੰਗਤ 'ਚ। ਆਹ ਤੁਹਾਡਾ ਥਾਂ ਗੁਰੂ ਦੇ ਪਿਆਰਿਓ। ਇਹਨਾਂ ਵਾਕਾਂ ਦੇ ਅਨੁਸਾਰ ਆਪ ਜੀ ਨੇ ਗੁਰੂ ਘਰ ਦੇ ਸਾਧ ਸੰਗਤ ਦੇ ਨਵਾਜੇ ਸਤਿਕਾਰੇ ਸੰਤ ਜੀ, ਜਥੇਦਾਰ ਜੀ ਸਾਹਿਬ, ਸੰਤ ਸੁਰਜੀਤ ਸਿੰਘ ਦੇ ਪਾਸੋਂ ਗੁਰੂ ਘਰ ਦਾ ਜਸ, ਸਤਿਗੁਰ ਦੀ ਸਿਫਤ, ਉਹਨਾਂ ਦੇ ਵਿਚਾਰ ਤੁਹਾਂ ਸਰਵਣ ਕੀਤੇ ਨੇ ਸਾਧ ਸੰਗਤ 'ਚ। ਹੁਣ ਤੁਹਾਡੀ ਬਖਸ਼ੀ ਬੁੱਧੀ ਦੇ ਅਨੁਸਾਰ ਦਾਸ ਨੂੰ ਆਪ ਦੇ ਦਰਸ਼ਨ ਕਰਨ ਦਾ ਸਤਿਗੁਰਾਂ ਦੀ ਕਿਰਪਾ ਨਾਲ ਸੁਭਾਗ ਸਮਾਂ ਪ੍ਰਾਪਤ ਹੋਇਆ ਸਾਧ ਸੰਗਤ 'ਚ। ਅੱਜ ਦਾ ਮੇਰਾ ਪ੍ਰਕਰਨ ਹੈ ਕਰ ਕਿਰਪਾ ਜੋ ਸਤ ਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ।
जीत हार की सोजी करी, तो इस घर की कीमत परी। ਆਪ ਦੇ ਦਰਸ਼ਨ ਕਰਨ ਦਾ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ, ਪ੍ਰਬੰਧਕਾਂ ਨੇ ਹੁਕਮ ਕੀਤਾ ਹੈ। ਇਹ ਮੇਰਾ ਤੀਸਰਾ ਟਾਈਮ ਹੈ ਸਾਧ ਸੰਗਤ 'ਚ। ਮੈਂ ਯਤਨ ਕਰਨਾ ਹੈ, ਦਾਸ ਨੇ ਯਤਨ ਕਰਨਾ ਹੈ। ਇਹ ਜਿਹੜਾ ਕਿ ਤੁਹਾਡਾ ਤਪ ਹੈ, ਇਹ ਜਿਹੜਾ ਕਿ ਪ੍ਰਯੋਗ ਹੈ, ਜਿਹੜੀ ਕਿ ਤਪੱਸਿਆ ਹੈ, ਇਹਦੇ ਆਲੇ ਦੁਆਲੇ ਰਵਾਂ ਸਾਧ ਸੰਗਤ 'ਚ, ਇਹਦੇ ਆਲੇ ਦੁਆਲੇ ਰਵਾਂ ਗੁਰੂ ਦੇ ਪਿਆਰਿਓ। ਸੱਚੇ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਜੋ ਸਤਿਗੁਰ ਮਿਲਿਓ ਸਾਧ ਸੰਗਤ 'ਚ। ਕਹਿੰਦੇ ਨੇ ਜੇ ਸਭ ਮਿਲ ਕੇ ਆਖਣ ਪਾਏ, ਕਿਤਨਾ ਕਮਾਲ ਜੇ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਇਆ ਉਹਨੂੰ ਕੀ ਫਰਕ ਪੈਣਾ ਜੀ। ਸਿਫਤਾਂ ਕਰੀ ਜਾਓ, ਓਏ ਹੋਏ ਓਏ ਓਏ ਕਰੀ ਜਾਓ। ਪਰ ਗੱਲ ਕਿਹੜੀ ਕਰਨੀ ਆਪਾਂ ਨੇ? ਕਾਮ, ਕ੍ਰੋਧ, ਲੋਭ, ਮੋਹ, ਝੂਠ, ਵਿਕਾਰ, ਮਹਾ ਲੋਭ ਤਰੋਹ, ਆਹੂ ਜੁਗਤ ਬਿਹਾਨੇ ਕਈ ਜਨਮ। ਓਏ ਆ ਜਿਹੜਾ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਝੂਠ ਦਾ, ਵਿਕਾਰ ਦਾ, ਤਰੋਹ ਦਾ ਅੰਦਰ ਗੰਦ ਪਿਆ, ਇਹਦਾ ਧਿਆਨ ਮਾਰਨਾ ਕਿ ਨਹੀਂ ਮਾਰਦੇ ਪਏ? ਓਏ ਹੋਏ ਇਹ ਗੱਲ ਕਰੀਏ। ਜਿਹੜਾ ਅੰਦਰ ਗੰਦ ਪਿਆ ਹੈ ਨਾ, ਇਹਦੀ ਝਾਤੀ ਮਾਰਨਾ ਕਿ ਨਹੀਂ ਮਾਰਦੇ ਪਏ? ਜੇ ਸਭ ਮਿਲ ਕੇ ਆਖਣ ਪਾਏ। ਕਹਿੰਦੇ ਨੇ ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮਹਿ ਦੀਪਕ ਜਲਿਓ। ਫਿਰ ਕੀ ਹੋਈ? ਜੀਤ ਹਾਰ ਕੀ ਸੋਝੀ ਕਰੀ। ਮੇਰਾ ਜਨਮ ਸਫਲ ਹੁੰਦਾ ਪਿਆ ਕਿ ਅਸਫਲ ਹੁੰਦਾ ਪਿਆ? ਬੜਾ ਧਿਆਨ ਦਿਓ ਜੇ ਗੱਲਾਂ ਦਾ। ਇਹ ਜਿਹੜੀ ਕਥਾ, ਕੀਰਤਨ, ਸੇਵਾ, ਸਿਮਰਨ, ਦਰਸ਼ਨ ਹੁੰਦੇ ਨੇ ਪਏ, ਜੀਤ ਹਾਰ ਕੀ ਸੋਝੀ ਪਰੀ। ਮੇਰਾ ਜੀਵਨ ਸਫਲ ਹੁੰਦਾ ਪਿਆ ਕਿ ਅਸਫਲ ਹੁੰਦਾ ਪਿਆ? ਤਾਂ ਇਸ ਘਰ ਕੀ ਕੀਮਤ ਪਰੀ। ਫਿਰ ਇਸ ਘਰ ਦੀ ਕੀਮਤ ਪੈਣੀ ਹੈ ਸਾਧ ਸੰਗਤ 'ਚ। ਇਸ ਪਿੰਡ ਦੀ, ਇਸ ਸਰੀਰ ਦੀ ਫਿਰ ਕੀਮਤ ਪੈਣੀ ਹੈ ਗੁਰੂ ਦੇ ਪਿਆਰਿਓ। ਮਹਾਤਮਾ ਜਦੋਂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਮਹਾਤਮਾ ਕਬੀਰ ਕਹਿੰਦੇ ਮੇਰੀ ਗੱਲ ਵੀ ਸੁਣੋ। ਕਹਿੰਦੇ ਮੇਰੀ ਗੱਲ ਵੀ ਸੁਣੋ। ਕਹਿੰਦੇ ਨੇ ਐ ਇਨਸਾਨ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੈ ਹਾਰ, ਤੇ ਬਹੁ ਬਿਦ ਕਯੋ ਪੁਕਾਰ ਪੁਕਾਰ। ਸਾਧ ਸੰਗਤ ਇਹ ਵੇਖੋ, ਜੀਤ ਕੇ ਹਾਰ। ਓਏ ਜਿਤਨਾ ਤੇ ਹਾਰਨਾ ਕੀ ਗੱਲ ਬਣਦੀ ਆ ਪਈ? ਬਹੁ ਬਿਦ ਕਯੋ, ਬਹੁ ਬਿਦ ਕਯੋ। ਸਾਰਾ ਜੀਵਨ ਹੀ ਅਥਵਾ 17 ਤੋਂ ਆਪਾਂ ਲੱਗੇ ਹਾਂ, ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਅੱਜ ਆਪਾਂ ਨੂੰ 21 ਦਿਨ ਹੋ ਗਏ ਨੇ ਲਗਾਤਾਰ ਹੀ ਸਾਧ ਸੰਗਤ ਲਗਾਤਾਰ। ਜੀਤ ਹਾਰ ਕੀ ਸੋਝੀ ਪਰੀ। ਕਹਿੰਦੇ ਨੇ ਕਹਿਤ ਕਬੀਰ ਜੀਤ ਕੈ ਹਾਰ। ਓਏ ਜਿਤਨਾ ਹਾਰਨਾ ਵੇਖ, ਕਿਉਂਕਿ ਝੂਠ, ਵਿਕਾਰ, ਮਹਾ ਲੋਭ ਤਰੋਹ, ਆਹੂ ਜੁਗਤ ਬਿਹਾਨੇ ਕਈ ਜਨਮ। ਇਸ ਗੰਦ ਨੇ ਅੰਦਰ ਪਿਆ ਨੂੰ ਕਈ ਜਨਮ ਬਤੀਤ ਕਰ ਦਿੱਤੇ ਨੇ। ਇਸ ਗੰਦ ਪਏ ਦੇ ਅੰਦਰ ਬਹੁਤ ਜਨਮ ਬਤੀਤ ਹੋ ਗਏ ਨੇ। ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਜਹ ਕਰ ਕਥਾ ਹੋਤ ਹਰ ਸੰਤਨ ਕਿਨਮਖ ਨਾ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, ਤਿਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਾਸਰ, ਇਹ ਸੰਪੈ ਮੋਹ ਮਾਹੀ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਓਏ ਹੋਏ ਓਏ ਹੋਏ। ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ।
ਆਵਾਗਮਨ ਦਾ ਚੱਕਰ ਆ 4 ਕਾਰਨ ਜੇ। 84 ਲੱਖ ਜੂਨ ਤੇ ਜਾਂਦੇ 4 ਕਾਰਨ ਜੇ। ਬਾਬਾ ਫਰੀਦ ਕਹਿੰਦਾ ਜੇ ਪਿਆ, ਪਰ ਤਨ ਪਰਾਏ ਤਨ ਸਰੀਰਾਂ ਦੇ ਵੇਖ ਵੇਖ ਕੇ ਪਿਆ ਮਸਤ ਹੋਣਾ ਸਾਧ ਸੰਗਤ 'ਚ। ਹੋ ਪਰਾਏ ਸਰੀਰਾਂ ਨੂੰ ਵੇਖ ਵੇਖ ਕੇ ਗੁਰੂ ਦੇ ਪਿਆਰੇ ਹੋ ਬੇਕੰਟਰੋਲੇ ਹੋਣਾ ਪਿਆ। ਆਵਾਗਮਨ ਦਾ ਚੱਕਰ ਆ ਗੁਰੂ ਦੇ ਪਿਆਰੇ, ਚਾਹੋ ਚੱਕਰ ਸਾਧ ਸੰਗਤ 'ਚ। ਗੱਲ ਬਹੁਤ ਵੱਧ ਜਾਏਗੀ ਸਾਧ ਸੰਗਤ 'ਚ ਜੇ ਮੈਂ ਤੁਹਾਨੂੰ ਇਸ ਪਾਸੇ ਲੈ ਪਏ ਇਸ਼ਾਰੇ ਕਰਨਾ ਮੈਂ। ਪਰ ਧੰਨ ਪਰਮੇਸ਼ਰ ਕਿਰਪਾ ਕਰੇ, ਇਹ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਇਹ ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਨੀ ਸੱਚੇ ਪਾਤਸ਼ਾਹ ਭਾਈ ਗੁਰਦਾਸ ਕਹਿੰਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੇ। ਮੈਂ ਸਾਰੀ ਵਿਆਖਿਆ ਨਹੀਂ ਕਰ ਸਕਾਂਗਾ ਕਿਉਂਕਿ ਮੈਂ ਅੱਗੇ ਵੀ ਤੁਹਾਡੇ ਕੋਲ ਖਿਮਾ ਮੰਗਣਾ। ਜਿਹੜਾ ਮੈਂ ਪ੍ਰਕਰਨ ਪਹਿਲੇ ਦਿਨ ਤੋਂ ਤੋਰਿਆ ਸੀ ਉਹਨੂੰ ਮੈਂ ਪੂਰਾ ਨਹੀਂ ਕਰ ਸਕਦਾ ਪਿਆ, ਮੇਰੇ ਕੋਲ ਨਹੀਂ ਹੋ ਸਕਦਾ ਪਿਆ, ਯਤਨ ਬੜਾ ਕਰਨਾ ਪਿਆ, ਪਰ ਟਾਈਮ ਹਾਵੀ ਹੋ ਜਾਂਦਾ ਸਾਧ ਸੰਗਤ 'ਚ। ਅੱਜ ਮੈਂ ਨਾਲ ਤੁਹਾਡਾ ਹੋਰ ਨਾਲ ਪ੍ਰਕਰਨ ਸ਼ੁਰੂ ਕਰਨ ਲੱਗਾ ਕਿਉਂਕਿ ਸਮਾਂ ਬੜਾ ਥੋੜ੍ਹਾ ਜਿਹਾ ਰਹਿ ਗਿਆ ਸਾਧ ਸੰਗਤ 'ਚ, ਬੜਾ ਥੋੜ੍ਹਾ ਰਹਿ ਗਿਆ ਗੁਰੂ ਦੇ ਪਿਆਰੇ। ਅਰਜ ਮੈਂ ਕਰਨ ਲੱਗਾ, ਇਹ ਜਿਹੜਾ 5 ਵਾਰੀ ਆਪਾਂ ਨੂੰ ਅੰਮ੍ਰਿਤ ਛਕਾਉਂਦੇ ਨੇ, 5 ਵਾਰੀ ਕੇਸਾਂ 'ਚ ਪਾਉਂਦੇ ਨੇ, 5 ਵਾਰੀ ਅੱਖਾਂ 'ਚ ਪਾਉਂਦੇ ਨੇ, ਇਹ ਜਿਹੜੇ 5 ਕੱਕੇ ਆਪਾਂ ਨੂੰ ਦਿੱਤੇ ਨੇ ਇਹ ਕਾਹਦੇ ਵਾਸਤੇ ਨੇ? ਇਹਨਾਂ 'ਚ ਗੱਲ ਮੁੱਕ ਜਾਏਗੀ, ਇਹਨਾਂ 'ਚ ਗੱਲ ਮੁੱਕ ਜਾਏਗੀ ਸਾਧ ਸੰਗਤ 'ਚ। ਮਤ ਵਿਸ਼ਵਾਸ ਰੱਖੋ ਜੀ ਇਸ ਗੱਲ 'ਤੇ। ਮੈਂ ਅੰਮ੍ਰਿਤਧਾਰੀ ਹੋ ਗਿਆ, ਮਤ ਵਿਸ਼ਵਾਸ ਰੱਖਿਓ ਜੀ। ਮੈਂ ਆਪਣੇ ਅੰਮ੍ਰਿਤ ਛਕ ਲਏ ਨੇ, ਮਤ ਵਿਸ਼ਵਾਸ ਰੱਖੋ ਇਸ ਗੱਲ 'ਤੇ ਸਾਧ ਸੰਗਤ 'ਚ। ਥੋੜ੍ਹੀ ਜਿਹੀ ਗੱਲ ਕਰਨਾ ਜਿਹੜੀ ਮੇਰੇ ਨਾਲ ਲੱਗਦੀ ਹੈ ਪਈ, ਮੈਂ ਢੁਕਦੀ ਆ, ਮੈਂ ਗੱਲ ਕਰਨਾ। ਪਰ ਧਨ ਪਰਤੀ ਨਿੰਦਾ। ਦਸਮੇਸ਼ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅੱਖਾਂ 'ਚ ਅੰਮ੍ਰਿਤ ਪਾਇਆ ਸਾਧ ਸੰਗਤ 'ਚ। ਅੱਖਾਂ 'ਚ ਅੰਮ੍ਰਿਤ ਪਾਇਆ, ਅੱਜ ਤੋਂ ਲੈ ਕੇ ਨਿਗਾਹ ਨਾ ਘਟੇਗੀ। ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਨਾ ਉਤਰੇਗਾ। ਤੁਸੀਂ ਬੜੇ ਬੜੇ ਵੀ ਸਰਦਾਰ ਵਿੱਚ ਸੇਠ ਬੈਠੇ ਹੋ, ਸੰਤ ਮਹਾਤਮਾ ਬੈਠੇ ਹੋ, ਜਿਨ੍ਹਾਂ ਨੇ ਅੰਮ੍ਰਿਤ ਛਕ ਨਿਗਾਹ ਨਹੀਂ ਉਹਨਾਂ ਦੀ ਘਟਦੀ। ਚਿੱਟਾ ਮੋਤੀਆ ਕਾਲਾ ਮੋਤੀਆ ਨਹੀਂ ਉਤਰਿਆ ਤੇ ਫਿਰ ਅੰਮ੍ਰਿਤ ਦਾ ਕੀ ਮਤਲਬ ਹੈ ਸਾਧ ਸੰਗਤ 'ਚ? ਅੰਮ੍ਰਿਤ ਦਾ ਇਹ ਮਤਲਬ ਨਹੀਂ। ਦਸਮੇਸ਼ ਪਾਤਸ਼ਾਹ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਕਹਿੰਦੇ ਨੇ ਇਹ ਗੁਰਸਿੱਖ ਤੇਰੀਆਂ ਅੱਖਾਂ 'ਚ ਅੱਜ ਅੰਮ੍ਰਿਤ ਪੈ ਗਿਆ ਹੈ। ਜਿਹੜੀ ਛੋਟੀ ਉਮਰ ਦੀ ਔਰਤ ਹੈ ਉਹਨੂੰ ਆਪਣੇ ਧੀ ਦੇ ਬਰਾਬਰ ਕਰਕੇ ਸਤਿਕਾਰ ਦੇਣਾ। ਜਿਹੜੀ ਬਰਾਬਰ ਦੀ ਉਮਰ ਦੀ ਔਰਤ ਹੈ ਉਹਨੂੰ ਆਪਣੇ ਭੈਣ ਦੇ ਬਰਾਬਰ ਕਰਕੇ ਦਰਜਾ ਸਤਿਕਾਰ ਦੇਣਾ। ਜਿਹੜੀ ਵੱਡੀ ਉਮਰ ਦੀ ਔਰਤ ਹੈ ਉਹਨੂੰ ਆਪਣੇ ਮਾਤਾ ਦੇ ਬਰਾਬਰ ਕਰਕੇ ਸਤਿਕਾਰ ਦੇਣਾ। ਜੇ ਤੇ ਇਸ ਮਰਿਆਦਾ ਨੂੰ ਗ੍ਰਹਿਣ ਕਰ ਲਿਆ ਅੰਮ੍ਰਿਤ ਅਵਸ਼ ਨਜਾਤ ਦੇਗਾ ਸਾਧ ਸੰਗਤ 'ਚ। ਸਤਿਗੁਰਾਂ ਦੇ ਬਚਨ ਅਟੱਲ ਨੇ, ਗੁਰੂ ਦੇ ਪਿਆਰੇ ਅਟੱਲ ਨੇ ਸਾਧ ਸੰਗਤ 'ਚ। ਅੰਮ੍ਰਿਤ ਛਕ ਲਿਆ, ਨਾ ਵੱਡਾ ਨਾ ਛੋਟਾ, ਨਾ ਜਾਤ ਨਾ ਪਾਤ, ਨਾ ਆਪਣਾ ਬਗਾਨਾ, ਤੇ ਮੈਂ ਬੜਾ ਅੰਮ੍ਰਿਤ ਜਿਹਨੇ ਮਰਜ਼ੀ ਅੰਮ੍ਰਿਤ ਛਕੀ ਜਾਓ। ਤੁਸੀਂ ਜਾ ਸਾਧ ਸੰਗਤ ਜਾ, ਗੁਰੂ ਦੇ ਪਿਆਰੇ ਹੋ, ਜੇ ਛਕੀ ਜਾਓ ਸਾਧ ਸੰਗਤ 'ਚ। ਕਹਿੰਦੇ ਨੇ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁਣ ਫੁਣ। ਇਹ 4 ਕਾਰਨ ਜੇ 84 ਲੱਖ ਜੂਨ 'ਚ ਜਾਣਦੇ। ਪਰਾਇਆ ਧਨ, ਪਰਾਇਆ ਸਰੀਰ ਤੇ ਪਰਾਇਆ ਧਨ। ਪਰਤੀ ਨਿੰਦਾ ਜਿਹੜਾ ਸਾਡਾ ਵਿਹਾਰ ਬਣ ਚੁੱਕਾ ਸਾਧ ਸੰਗਤ 'ਚ, ਉਹਨਾਂ ਚਿਰ ਅਫਰਾਜ ਨਹੀਂ ਉਤਰਦਾ ਜਿੰਨਾ ਚਿਰ ਨਿੰਦਿਆ ਕਿਸੇ ਦੀ ਕਰ ਸੁਣਨਾ ਲਈਏ ਸਾਧ ਸੰਗਤ 'ਚ। ਅਫਰਾਜ ਨਹੀਂ ਉਤਰਦਾ ਗੁਰੂ ਦੇ ਪਿਆਰਿਓ। ਇੰਨਾ ਸਾਡਾ ਸੁਭਾਅ ਬਣ ਗਏ ਨੇ ਗੁਰੂ ਦੇ ਪਿਆਰਿਓ। ਪਰ ਅਪਵਾਦ ਲੜਾਈ ਝਗੜੇ ਪੈ ਜਾਣੇ ਸਾਧ ਸੰਗਤ 'ਚ। ਆਵਾਗਮਨ ਹੋਤ ਹੈ ਫੁਣ ਫੁਣ, ਇਹ ਪ੍ਰਸੰਗ ਨਾ ਟੂਟੈ ਸਾਧ। ਇਹ ਮੁੱਕਣਾ ਹੀ ਨਹੀਂ। 84 ਲੱਖ ਜੂਨ ਤੱਕ ਥੋੜਾ ਜਨਮ 'ਚ ਗੇੜ ਜੇ ਸਾਧ ਸੰਗਤ 'ਚ, ਮੁੱਕਣੇ ਨਹੀਂ ਗੁਰੂ ਦੇ ਪਿਆਰੇ, ਮੁੱਕਣੀ ਸਾਧ ਸੰਗਤ ਜੀ। ਦਾਸ ਪ੍ਰਾਰਥਨਾ ਕਰਦਾ ਪਿਆ, ਪਾਠ ਉਪਦੇਸ਼ ਪੇ ਕਰਦੇ ਨੇ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ ਸਾਧ ਸੰਗਤ 'ਚ। ਜਦੋਂ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ, ਕਬੀਰ ਕਿਤੇ ਗੱਲ ਹੋਰ ਕਹਿੰਦਾ, ਕਬੀਰ ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜਾ ਨਹੀਂ ਤਬ ਹਰਿ ਆਪੈ ਆਪ ਸਾਧ ਸੰਗਤ 'ਚ। ਅੱਜ ਸਤਿਗੁਰੂ ਮਿਲਦਾ ਗੁਰੂ ਦੇ ਪਿਆਰੇ ਗੱਲ ਸਾਧ ਸੰਗਤ 'ਚ। ਜਦੋਂ ਸਤਿਗੁਰੂ ਦੀ ਪ੍ਰਾਪਤ ਹੋ ਗਈ, ਆਦ ਵਿਆਦ ਉਪਾਦ ਤਿੰਨੇ ਤਾਪ ਖਤਮ ਸਾਧ ਸੰਗਤ 'ਚ। ਤੇ ਕਹਿੰਦੇ ਨੇ ਹਰਖ ਸੋਗ ਦਾਜਾ ਨਹੀਂ, ਖੁਸ਼ੀ ਗਮੀ ਸਭ ਸਤਿਗੁਰੂ ਦੇ ਵੱਲ ਸਾਧ ਸੰਗਤ, ਸਭ ਖਤਮ ਗੁਰੂ ਦੇ ਪਿਆਰਿਓ।
ਤੇ ਕੀ ਤਬ ਹਰਿ ਆਪੇ ਆਪ ਸਾਧ ਸੰਗਤ 'ਚ, ਆਪੇ ਆਪ ਗੁਰੂ ਦੇ ਪਿਆਰੇ ਭਾ ਸਾਰੇ ਸਤਿਗੁਰੂ ਦੀ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਮਨ ਮੰਦਰ ਮੈਂ ਦੀਪਕ ਜਲਿਓ ਸਾਧ ਸੰਗਤ 'ਚ। ਕਿਉਂਕਿ ਪਾਤਸ਼ਾਹ ਕਹਿੰਦੇ ਨੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ। ਹੋਰ ਕੋਈ ਕੰਮ ਨਹੀਂ ਜੇ, ਕੋਈ ਕੰਮ ਨਹੀਂ, ਕੋਈ ਕੰਮ ਨਹੀਂ। ਕਿਉਂਕਿ ਮਨੁੱਖ ਦਾ ਕੁਛ ਨਹੀਂ ਵਿਗੜਿਆ, ਇਹਦਾ ਮਨ ਖਰਾਬ ਹੈ ਸਾਧ ਸੰਗਤ 'ਚ। ਔਰ ਇਹਦੇ ਬਾਰੇ ਕਹਿੰਦੇ ਨੇ, ਦੁਸ਼ਤਰ ਮਹਾ ਸਮੁੰਦਰ ਤਰਨ ਕੋ ਕੀਏ ਜਹਾਜਾ, ਗਰਭਵੰਤ ਕੇ ਗਰਭ ਹਰਨ ਕੋ ਭੂਪਤ ਰਾਜਾ। ਜਹਾਂ ਨਾ ਹੋਵੇ ਜਹਾਂ ਅੰਧਕਾਰ ਕੇ ਦੂਰਨ ਕਰਨ ਕੋ ਕੀਆ ਦੀਆ, ਜਹਾਂ ਨਾ ਹੋਵੇ ਪਵਨਤਾ ਪੰਖਾ ਹੈ ਕੀਆ। ਜਗ ਮੈਂ ਉਪਾਓ ਸਭ ਕੀਆ, ਸਭ ਗ੍ਰੰਥਨ में लिखा। ਦੁਰਜਨ ਚਿਤ ਕੇ ਹਰਨਕ ਮਨ ਥੱਕ ਰਹਾ ਸਾਧ ਸੰਗਤ ਜੋ। ਧਰਮ ਗ੍ਰੰਥ ਕਹਿੰਦੇ ਨੇ ਪਏ, ਦੁਸ਼ਤਰ ਮਹਾ ਸਮੁੰਦਰ ਤਰਨ ਕੋ ਕੀਏ ਜਹਾਜਾ। ਸਮੁੰਦਰ ਕਿੰਨਾ ਵਿਸ਼ਾਲ ਹੈ ਸਾਧ ਸੰਗਤ 'ਚ, ਪਰ ਉਹਨੂੰ ਤਰਨ ਦੇ ਵਾਸਤੇ ਵਿਦਵਾਨਾਂ ਪੁਰਸ਼ਾਂ ਨੇ, ਵਿਚਾਰਵਾਨਾਂ ਪੁਰਸ਼ਾਂ ਨੇ, ਅਕਲਮਾਨਾਂ ਪੁਰਸ਼ਾਂ ਨੇ ਜਹਾਜ਼ ਤਿਆਰ ਕਰਤਾ ਸਾਧ ਸੰਗਤ 'ਚ। ਤੁਸੀਂ ਉਸ ਬੇੜੇ ਤੇ ਬਹਿ ਕੇ ਸਮੁੰਦਰ ਪਾਰ ਕਰ ਜਾਂਦੇ ਹੋ, ਹੋ ਗਿਆ ਪਾਰ। ਗਰਭਵੰਤ ਕੇ ਗਰਭਵੰਤ ਕੋ ਭੂਪਤ ਰਾਜਾ। ਜਿਹੜਾ ਕੋਈ ਹੰਕਾਰੀ ਪੁਰਸ਼ ਹੈ, ਉਹਦਾ ਨਾਸ਼ ਕਰਨ ਦੇ ਵਾਸਤੇ ਸਾਡੀ ਬੜੀ ਵੱਡੀ ਗੌਰਮੈਂਟ ਹੈ ਸਾਧ ਸੰਗਤ 'ਚ, ਉਹ ਨਾਸ਼ ਕਰਦੇ ਪਏ ਗੁਰੂ ਦੇ ਪਿਆਰਿਓ। ਅੰਧਕਾਰ ਕੇ ਦੂਰ ਕਰਨ ਕੋ ਕੀਓ ਦੀਆ। ਜਿੱਥੇ ਅੰਧੇਰਾ ਹੈ ਉੱਥੇ ਤੁਸੀਂ ਦੀਵਾ ਜਗਾ ਦਿੰਦੇ ਹੋ, ਦੀਪਕ ਜਲਾ ਦਿੰਦੇ ਹੋ, ਉੱਥੇ ਪ੍ਰਕਾਸ਼ ਹੋ ਜਾਂਦਾ, ਅੰਧੇਰਾ ਵੀ ਜਾਂਦਾ ਰਿਹਾ। ਜਹਾਂ ਨਾ ਹੋਵੇ ਹਵਾ ਤਹਾਂ ਪੰਖਾ ਹੈ ਕੀਆ। ਜਿੱਥੇ ਹਵਾ ਦੀ ਜ਼ਰੂਰਤ ਪੈ ਜਾਂਦੀ ਹੈ, ਗਰਮੀ ਲੱਗਦੀ ਹੈ, ਉੱਥੇ ਤੁਸੀਂ ਗੁਰੂ ਦੇ ਪੈਰੇ ਪੱਖਾ ਲਾ ਕੇ ਸਾਰ ਲੈਂਦੇ ਹੋ। ਕਹਿੰਦੇ ਨੇ, ਜਗ ਮੈਂ ਉਪਾਓ ਸਭ ਕੀਆ, ਸਭ ਗ੍ਰੰਥਨ ਮੈਂ ਲਿਖਾ। ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਹੈ ਜਿਹਦੀ ਦਵਾਈ, ਜਿਹਦਾ ਉਪਾਅ ਗ੍ਰੰਥਾਂ 'ਚ ਨਹੀਂ ਲਿਖਿਆ। ਸਭ ਗ੍ਰੰਥਨ ਮੈਂ ਲਿਖਾ, ਪਰ ਜਿਹੜਾ ਮਨ ਦਾ ਕੋਈ ਉਪਾਅ ਨਹੀਂ ਲਿਖਿਆ ਸਾਧ ਸੰਗਤ 'ਚ। ਇਹਦਾ ਕੋਈ ਉਪਾਅ ਨਹੀਂ ਗੁਰੂ ਦੇ ਪਿਆਰੇ। ਕਿਉਂਕਿ ਦਾਸ ਪ੍ਰਾਰਥਨਾ ਕਰਦਾ ਪਿਆ, ਸਤ ਸੰਗਤ ਕਰਨ ਦੇ ਨਾਲ, ਨਾਮ ਜਪਣ ਦੇ ਨਾਲ, ਸੇਵਾ ਕਰਨ ਦੇ ਨਾਲ, ਦਾਨ ਪੁੰਨ ਕਰਨ ਦੇ ਨਾਲ ਤੁਹਾਡਾ ਸਰੀਰ ਨਹੀਂ ਬਦਲਣਾ, ਤੁਹਾਡਾ ਮਨ ਬਦਲਣਾ ਸਾਧ ਸੰਗਤ 'ਚ। ਹੁਣ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਕਰਦੇ ਹੋ ਪਏ, ਤੇ ਕਰਕੇ ਸੱਜਣੋ ਸੰਸਾਰਕ ਮਰਿਆਦਾ ਆਪਾਂ ਘਰਾਂ ਨੂੰ ਜਾਣਾ। ਜਿਹੜੇ ਜਾ ਕੇ ਇਸ ਤਰ੍ਹਾਂ ਉੱਠੋਗੇ, ਇੱਕ ਨਾਮ ਸਿਮਰਨ ਕਰੋਗੇ, ਸ਼ੁਭ ਕਰਮ ਕਰਾਂਗੇ, ਆਂਢੀ ਗੁਆਂਢੀ ਭੈਣ ਭਾਈ ਸੱਜਣ ਮਿੱਤਰ ਆਖਣਗੇ ਤੇ ਸ੍ਰੀ ਭੈਣ ਸਾਹਿਬ ਤੋਂ ਆਇਆ, ਦਰਸ਼ਨ ਕਰਕੇ ਆਇਆ। ਇਹ ਤੇ ਅੱਗੇ ਕੁਛ ਸੀ ਤੇ ਹੁਣ ਕੁਛ ਬਣ ਗਿਆ। ਓਏ ਹੋਏ, ਲੋਕੀ ਚਰਚਾ ਕਰਨਗੇ, ਕਿਉਂਕਿ ਮਨ ਬਦਲ ਗਿਆ, ਮਨ ਬਦਲ ਗਿਆ ਸਾਧ ਸੰਗਤ। ਭਾਵ ਮੇਰੇ ਕਰਦਾ ਸੀ ਪਿਆ, ਇਹਦੇ ਨਾਲ ਮਨ ਨੇ ਬਦਲਣਾ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਥੋੜ੍ਹੀ ਜਿਹੀ ਮੈਂ ਗੱਲ ਕਰ ਲਗਾ ਤੁਹਾਡੇ ਅੱਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਪਰਿਵਾਰ 'ਚ ਬੈਠੇ ਨੇ ਸਾਧ ਸੰਗਤ 'ਚ। ਪਿਤਾ ਕਾਲੂ ਜੀ ਬਹੁਤ ਉਦਾਸ ਹੈ। ਭੈਣ ਨਾਨਕੀ ਸੁਲਤਾਨਪੁਰ ਤੋਂ ਅਚਾਨਕ ਹੀ ਆ ਗਈ ਹੈ, ਨਾਲ ਭਾਈ ਦਇਆ ਰਾਮ, ਭਾਈ ਜੈ ਰਾਮ ਸਾਧ ਸੰਗਤ 'ਚ। ਨੈਣਨ ਦੇਤ ਬਤਾਏ ਹਿਤ ਅਨਹਿਤ ਕੋ ਹੇਤ। ਇਤਿਹਾਸ ਬਹੁਤ ਵਿਸ਼ਾਲ ਹੈ। ਜਦੋਂ ਭੈਣ ਨਾਨਕੀ ਦੇ ਨੇ ਆਪਣੇ ਪਿਤਾ ਦਾ ਚਿਹਰਾ ਵੇਖਿਆ, ਅੱਖਾਂ ਵੇਖੀਆਂ, ਸਰੀਰ ਵੇਖਿਆ, ਆਪ ਹੀ ਸੋਗ 'ਚ ਪੈ ਗਈ ਸਾਧ ਸੰਗਤ 'ਚ। ਕਹਿੰਦੀ, ਪਿਤਾ ਜੀ ਕੀ ਗੱਲ ਹੈ, ਕੀ ਗੱਲ ਹੈ? ਨਾਨਕੀ ਕੁਛ, ਕੋਈ ਗੱਲ ਨਹੀਂ। 1 2 3 ਵਾਰੀ ਆਖਿਆ। ਇੱਕ ਕੁਦਰਤ ਦਾ ਅਸੂਲ ਹੈ ਸਾਧ ਸੰਗਤ 'ਚ, ਜਿੰਨਾ ਮਾਪਿਆਂ ਦਾ ਸੇਕ ਧੀ ਨੂੰ ਹੈ, ਉਹਨਾਂ ਪੁੱਤਰਾਂ ਨੂੰ ਕਦੇ ਨਹੀਂ ਹੋਇਆ ਕਰਦਾ। ਇਹ ਤੁਸੀਂ ਵੀ ਜਾਇਦਾਦ ਦੇ ਮਾਲਕ ਹੀ ਬਣਦੇ ਨੇ ਸਾਧ ਸੰਗਤ 'ਚ। ਇਹਨਾਂ ਹੋਰ ਕੀ ਕਰਨਾ? ਜਦ ਲੜਾਈ ਚੱਲ ਜਾਇਦਾਦ ਦੇ ਮਾਲਕ ਗੁਰੂ ਦੇ ਪਿਆਰਿਓ। ਧੀ ਨੂੰ ਮਾਤਾ ਪਿਤਾ ਦਾ ਬਹੁਤ ਸੇਕ ਹੋਇਆ ਕਰਦਾ। 1 2 ਵਾਰੀ ਜਦੋਂ ਅਖਵਾਇਆ, ਕਹਿੰਦੀ, ਪਿਤਾ ਜੀ ਮਨੁੱਖ ਦੀ ਰਹਿਣੀ, ਬਹਿਣੀ, ਸਹਿਣੀ ਤੇ ਕਹਿਣੀ ਬਦਲ ਜਾਂਦੀ ਹੈ ਸਾਧ ਸੰਗਤ 'ਚ। ਆਹ ਗੁਰੂ ਨੇ ਕਰਨਾ ਤੁਹਾਡੇ ਕੋਲ ਆ ਕੇ ਗੁਰੂ ਦੇ ਪਿਆਰੇ। ਗੁਰੂ ਨੂੰ ਮਿਲ ਕੇ, ਸਾਧ ਨੂੰ ਮਿਲ ਕੇ ਆਪਾਂ ਨੇ ਆਹ ਕਰਨਾ ਸਾਧ ਸੰਗਤ 'ਚ। ਪਿਤਾ ਜੀ ਤੁਹਾਡੀ ਰਹਿਣੀ 'ਚ ਫਰਕ ਹੈ, ਤੁਹਾਡੀ ਬਹਿਣੀ 'ਚ ਫਰਕ ਹੈ, ਤੁਹਾਡੀ ਕਹਿਣੀ 'ਚ ਫਰਕ ਹੈ, ਤੁਹਾਡੀ ਰਹਿਣੀ 'ਚ ਫਰਕ ਹੈ ਸਾਧ ਸੰਗਤ। ਕਹਿੰਦਾ, ਨਾਨਕੀ ਚੁੱਪ ਕਰ ਜਾ।
ਕਹਿੰਦੇ ਪਿਤਾ ਜੀ ਜੇ ਕੋਈ ਰੋਗ ਹੈ ਡਾਕਟਰ ਵੈਦ ਬੁਲਾ ਲੈਂਦੇ ਆ, ਜੇ ਕੋਈ ਤਕਲੀਫ ਹੈ ਦੱਸੋ। ਇੱਥੇ ਗ੍ਰੰਥਾਕਾਰ ਨੇ ਬਹੁਤ ਕੁਝ ਲਿਖਿਆ ਹੈ, ਪਰ ਮੇਰੇ ਕੋਲ ਸਮਾਂ ਇੰਨਾ ਕੁ ਵੇ। ਅਖੀਰ ਨੂੰ ਕਹਿੰਦਾ ਹੈ, ਨਾਨਕੀ ਇਹ ਨਾਨਕ ਮੇਰੇ ਘਰ ਨਾ ਜੰਮਦਾ ਤੇ ਬੜਾ ਚੰਗਾ ਸੀ। ਆਹ ਦੁੱਖ ਹੈ, ਇਹ ਮੇਰੇ ਘਰ ਨਾ ਜੰਮਦਾ ਤੇ ਮੈਂ ਬਹੁਤ ਸੁਖੀ ਸਾਂ। ਇਹ ਗੱਲ ਨਾਮਤਰੀ ਇਤਿਹਾਸ 'ਚ ਵੀ ਆ ਗਈ ਹੈ। ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪਣਾ ਸਿਮਰਨ ਦੇ ਵਿੱਚ, ਸੇਵਾ ਦੇ ਵਿੱਚ ਇਸੇ ਪਾਸੇ ਇਸ ਰੰਗ ਚੜ੍ਹ ਗਿਆ, ਤੇ ਬਾਬਾ ਜੱਸਾ ਸਿੰਘ ਜੀ, ਭਾਈ ਲਹਿਣਾ ਸਿੰਘ ਜੀ ਹੋਏ ਨੇ ਸ੍ਰੀ ਭੈਣੀ ਸਾਹਿਬ ਦੇ ਸਾਧ ਸੰਗ, ਉਹਨਾਂ ਨੂੰ ਬੁਲਾਇਆ। ਕਹਿੰਦੇ ਲਹਿਣਾ ਸਿਆਂ ਉਹ ਜਾ ਕੇ ਮੇਰੇ ਪੁੱਤਰ ਨੂੰ ਆਸ, ਜਾ ਕੇ ਸ਼ਦਾਈਆਂ ਵਾਂ ਕਿਉਂ ਤੁਰਿਆ ਫਿਰਦਾ ਹੈ, ਪਾਗਲ ਵਾਂ ਕਿਉਂ ਤੁਰਿਆ ਫਿਰਦਾ ਹੈ, ਉਹ ਇਹਨੂੰ ਆਹ ਕੋਈ ਕੰਮ ਕਰੇ, ਆਪਣਾ ਜੀਵਨ ਸਫਲ ਕਰੇ, ਸ਼ਦਾਈਆਂ ਵਾਂ ਤੁਰਿਆ ਫਿਰਦਾ ਹੈ। ਤੁਹਾਡੇ ਨਾਮ ਤੇ ਇਤਿਹਾਸ 'ਚ ਵੀ ਗੱਲ ਆ ਗਈ ਹੈ ਸਾਧ ਸੰਗਤ 'ਚ। ਭਾਵ ਮੈਂ ਅਰਜ਼ ਕਰਦਾ ਸੀ ਪਿਆ, ਜਦੋਂ ਭਾਈ ਕਾਲੂ ਨੇ ਆਖਿਆ ਨਾ ਤੇ ਭੈਣ ਨੂੰ ਰੁੱਗ ਭਰਿਆ ਗਿਆ ਸਾਧ ਸੰਗਤ 'ਚ। ਭਾਵ ਕਹਿੰਦੀ ਪਿਤਾ ਜੀ ਜੇ ਤੁਸੀਂ ਤੰਗ ਹੋ ਤਾਂ ਮੈਂ ਲੈ ਜਾ ਇਹਨੂੰ। ਕਹਿੰਦੇ ਲੈ ਜਾ। ਇਹ ਲੈ ਕੇ ਸੁਲਤਾਨਪੁਰ ਅੱਪੜ ਗਈ। ਜਦੋਂ ਸੁਲਤਾਨਪੁਰ ਪਹੁੰਚ ਗਈ ਤੇ ਸਾਦਾ ਉੱਥੇ ਫਿਰ ਨੌਕਰੀ ਰਖਾਤਾ, ਜਿਹੜਾ ਦੌਲਤ ਖਾਂ ਪਠਾਨ ਸੀ ਉਹਦੇ ਨੌਕਰੀ ਰਖਾਤਾ ਸਾਧ ਸੀ। ਭਾਵ ਨੌਕਰੀ ਕਰਨ ਲੱਗ ਪਏ ਉੱਥੇ ਮੋਦੀ ਖਾਨੇ ਵਿੱਚ। ਸਮਾਂ ਆ ਗਿਆ, ਕਹਿੰਦੇ ਭੈਣ ਅਕਾਲ ਪੁਰਖ ਦਾ ਸਮਾਂ ਆ ਗਿਆ, ਹੁਣ ਫਿਰ ਕੇ ਸੰਸਾਰ ਦਾ ਚੱਕਰ ਕੱਢਣਾ। ਸਾਧ ਸੰਗਤ 'ਚ 4 ਉਦਾਸੀਆਂ ਬਣਾਈਆਂ। ਪਹਿਲੀ ਉਦਾਸੀ 12 ਸਾਲ ਦੀ, ਦੂਜੀ ਉਦਾਸੀ 4 ਸਾਲ ਦੀ, ਤੀਜੀ ਉਦਾਸੀ 4 ਸਾਲ ਦੀ, ਚੌਥੀ ਉਦਾਸੀ 4 ਸਾਲ ਦੀ। ਸਾਧ ਸੰਗਤ 'ਚ 24 ਸਾਲਾਂ ਦੇ ਵਿੱਚ ਸਾਰੇ ਸੰਸਾਰ ਦਾ ਗੁਰੂ ਦੇ ਪਿਆਰ ਰਟਨ ਕਰਨਾ ਸੀ। ਸਾਧ ਸੰਗਤ ਸਾਰੀ ਦੁਨੀਆ ਦਾ ਰਟਨ ਕਰਨਾ ਸੀ ਗੁਰੂ ਦੇ ਪਿਆਰਿਓ। ਗੁਰੂ ਨਾਨਕ ਨੇ 4 ਉਦਾਸੀਆਂ ਬਣਾਈਆਂ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ ਦੇ 4 ਸਾਧਨ ਬਣਾਏ। ਸਾਧ ਸੰਗਤ 'ਚ ਪਹਿਲਾ ਸਾਧਨ ਸਦਾਚਾਰਕ, ਦੂਸਰਾ ਸਾਧਨ ਸਮਾਜਕ, ਤੀਸਰਾ ਸਾਧਨ ਧਾਰਮਿਕ ਤੇ ਚੌਥਾ ਰਾਜਨੀਤਿਕ। ਸਾਧ ਸੰਗਤ 'ਚ ਇਹ 4 ਸਾਧਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਸਾਧ ਸੰਗਤ ਜੀ ਪਰ ਮੈਂ ਜ਼ਿਕਰ ਕਰਨਾ ਪਿਆ, ਜਦੋਂ 4 ਉਦਾਸੀਆਂ ਬਣਾ ਲਈਆਂ ਤੇ ਕਹਿੰਦੇ ਭੈਣ ਹੁਕਮ ਆ ਗਿਆ, ਭਾਈ ਬਾਲੇ ਤੇ ਮਰਦਾਨੂ ਨੇ ਆਪਣਾ ਸਾਥੀ ਬਣਾਇਆ। ਇੱਥੋਂ ਚੱਲਦੇ ਚੱਲਦੇ ਸੱਚੇ ਪਾਤਸ਼ਾਹ ਅਹਿਮਦਾਬਾਦ ਪਹੁੰਚ ਗਏ। ਸਾਧ ਸੰਗਤ 'ਚ ਇਹਦਾ ਪੁਰਾਣਾ ਨਾਮ ਸੈਦਪੁਰ ਸੰਢਿਆਲੀ ਹੈ। ਸਾਧ ਸੰਗਤ 'ਚ ਜਦੋਂ ਬਾਬਰ ਨੇ ਉਜਾੜਿਆ ਨਾ ਫਿਰ ਇਹਦਾ ਨਾਂ ਅਹਿਮਦਾਬਾਦ ਰੱਖਿਆ ਗਿਆ। ਪੁਰਾਣਾ ਪਿੰਡ ਸੀ ਸੈਦਪੁਰ ਸੰਢਿਆਲੀ। ਇੱਥੇ ਪਹੁੰਚੇ, ਕਹਿੰਦੇ ਨੇ ਭਾਈ ਬਾਲਾ ਇੱਥੇ ਕਿ ਸਾਡਾ ਮਿੱਤਰ ਰਹਿੰਦਾ। ਸਾਧ ਸੰਗਤ 'ਚ ਇੱਥੇ ਕੋਈ ਪੂਰਨ ਗੁਰਸਿੱਖ ਰਹਿੰਦਾ। ਇਹ ਆਪਾਂ ਆਖੀ ਜਾਂਦੇ ਆ ਭਈ ਭਾਈ ਲਾਲੋ ਦੀ ਬੜੀ ਸਰਦਾ ਸੀ, ਉਹਦਾ ਬੜਾ ਪ੍ਰੇਮ ਤੇ ਪਿਆਰ ਸੀ। ਅੱਜ ਪਹਿਲਾ ਦਿਨ ਹੈ ਜਿਹੜਾ ਨੇ ਗੁਰੂ ਨਾਨਕ ਦੇ ਦਰਸ਼ਨ ਲੱਗਾ ਕਰਨ। ਅੱਜ ਪਹਿਲਾ ਉਪਦੇਸ਼ ਹੈ ਗੁਰੂ ਨਾਨਕ ਨੇ ਅੱਜ ਪਹਿਲੇ ਦਿਨ ਆਪਣਾ ਉਪਦੇਸ਼ ਸ਼ੁਰੂ ਕੀਤਾ। ਸਾਧ ਸੰਗਤ ਕਿੱਥੋਂ? ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿਧ ਹੋਏ। ਮੈਂ ਇੱਥੇ ਪ੍ਰਮਾਣ ਦੇਣਾ ਪਿਆ ਤੁਹਾਨੂੰ। ਸਾਧ ਸੰਗਤ 'ਚ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ ਖੜਾਵਾਂ ਪਵੇ, ਗਲ ਵਿੱਚ ਖਫਣੀ, ਸਿਰ ਤੇ ਟੋਪੀ, ਮੱਥੇ ਤੇ ਤਿਲਕ ਤੇ ਗਲ ਵਿੱਚ ਮਾਲਾ, ਇੱਕ ਹੱਥ 'ਚ ਕਰਮੰਡਲ। ਸਾਧ ਸੰਗਤ 'ਚ ਇਹ ਪਹਿਲੀ ਉਦਾਸੀ ਦਾ ਪਹਿਰਾਵਾ ਸੀ ਗੁਰੂ ਨਾਨਕ ਦਾ। ਸਾਧ ਸੰਗਤ 'ਚ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਲਾਲੋ ਦੇ ਬਾਹਰ ਘਰ ਵਾਰ ਦਲੀਜਾਂ 'ਚ ਪਹੁੰਚੇ ਤੇ ਕੀ ਵੇਖਦੇ ਨੇ ਪਏ? ਜਿਹੜਾ ਲਾਲੋ ਹੈ ਨਾ, ਇਸ ਨੇ ਇੱਕ ਹੱਥ 'ਚ ਟੇਸਾ ਫੜਿਆ, ਇੱਕ ਹੱਥ 'ਚ ਲੱਕੜੀ ਫੜੀ ਹੈ। ਸਾਧ ਸੰਗਤ 'ਚ ਉਸ ਲੱਕੜੀ ਤੇ ਰੱਖ ਕੇ ਤੇ ਕਿੱਲੀਆਂ ਪਿਆ ਕੱਢਦਾ। ਤੇ ਤੁਹਾਨੂੰ ਪਤਾ ਨਾ ਜਦੋਂ ਆਪਾਂ ਤਰਖਾਨ ਦੇ ਕੋਲ ਜਾਂਦੇ ਆ, ਉਹ ਜਦੋਂ ਲੱਕੜੀਆਂ ਕੱਢਦਾ ਹੈ ਕਹਿੰਦਾ ਮੇਰੀ ਇਹ ਜਿਹੜੀ ਲੱਕੜੀ ਹੈ ਕਿੱਲਾ ਹੈ ਇਹ ਤੇ ਸੁੰਦਰਤਾ ਆਵੇ, ਇਹਦੀ ਨੋਕ ਠੀਕ ਹੋਵੇ, ਜਿਹੜਾ ਤੇਸਾ ਮੇਰੇ ਹੱਥ ਨਾ ਵੱਜ ਪਵੇ। ਉਹ ਬੜਾ ਧਿਆਨ ਕਰਦਾ। ਸਾਧ ਸੰਗਤ 'ਚ ਮਗਨ ਸੀ ਆਪਣਾ, ਕਿਉਂਕਿ ਪੂਰਨ ਸਿੱਖ ਸੀ। ਸਾਧ ਸੰਗਤ ਪੂਰਨ ਮਨੁੱਖ ਸੀ। ਆਪਾਂ ਆਖੀ ਜਾਂਦੇ ਜੇ ਪੂਰਨ ਬੰਦਾ, ਪੂਰਨ ਮਨੁੱਖ ਬਣਨਾ ਬੜਾ ਔਖਾ ਜੇ। ਬੰਦੇ ਸੰਸਾਰ 'ਚ ਬਹੁਤ ਘੱਟ ਜੇ। ਓਏ ਹੋਏ ਓਏ ਹੋਏ ਓਏ ਹੋਏ ਓਏ ਓਹ ਬੰਦੇ ਬਹੁਤ ਘੱਟ ਨੇ। ਸਾਧ ਸੰਗਤ 'ਚ ਬਹੁਤ ਘੱਟ ਨੇ ਬੰਦੇ ਗੁਰੂ ਦੇ ਪਿਆਰੇ। ਇਹਦੀ ਵਿਆਖਿਆ ਲੰਬੀ ਹੈ। ਸਾਧ ਇਹਦੀ ਵਿਆਖਿਆ ਲੰਬੀ ਹੈ ਗੁਰੂ ਦੇ ਪਿਆਰੇ।
ਪਰਮੇਸ਼ਰ ਨੇ ਕਿਰਪਾ ਕੀਤੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦਰਵਾਜ਼ੇ ਤੇ ਖਲੋ ਗਏ। ਜਦੋਂ ਖਲੋ ਗਏ ਤੇ ਸਾਧ ਸੰਗਤ ਜੀ ਲਾਲੋ ਦੀ ਨਿਗਾਹ ਗਈ, ਕਹਿੰਦੇ ਜੀ ਸਤ ਕਰਤਾਰ। ਗੁਰੂ ਨਾਨਕ ਕਹਿੰਦੇ ਨੇ ਗੁਰੂ ਭਲਾ ਕਰੇ, ਗੁਰੂ ਭਲਾ ਕਰੇ। ਕਹਿੰਦੇ ਨੇ ਭਾਈ ਲਾਲੋ, ਉਹ ਸਾਰੀ ਉਮਰ ਕਿੱਲੀਆਂ ਹੀ ਕਰਦਾ ਨੇ, ਕਦੇ ਮਨ ਹੀ ਘੜੇ ਹੀ ਕਦੇ। ਅੱਜ ਪਹਿਲਾ ਦਿਨ, ਪਹਿਲਾ ਉਪਦੇਸ਼ ਗੁਰੂ ਨਾਨਕ ਨੇ ਇੱਥੋਂ ਤੋਰਿਆ ਸਾਧ ਸੰਗਤ 'ਚ। ਮੈਂ ਅਰਜ਼ ਕਰਦਾ ਸੀ ਪਿਆ, ਮਨੁੱਖ ਦਾ ਕੁਛ ਨਹੀਂ ਵਿਗੜਿਆ ਸਾਧ ਸੰਗਤ ਜੀ, ਇਹਦਾ ਮਨ ਖਰਾਬ ਹੈ ਗੁਰੂ ਦੇ ਪਿਆਰੇ, ਮਨ ਖਰਾਬ ਹੈ ਸਾਧ ਸੰਗਤ 'ਚ। ਭਾਈ ਲਾਲੋ, ਉਹ ਸਾਰੀ ਉਮਰ ਕਿੱਲੀਆਂ ਹੀ ਕੱਢਦੇ, ਕਦੇ ਮਨ ਹੀ ਘੜੇ ਹੀ ਕਦੇ। 1 2 3 ਵਾਰ ਆਖਿਆ। ਭਾਈ ਲਾਲੋ ਨੇ ਉਹਦੀ ਲੱਕੜ ਦੇ ਹੱਥ ਪੜੀ ਸੀ ਕਿੱਲੀ, ਉਹ ਵੀ ਧਰ ਦਿੱਤੀ, ਆਪਣਾ ਤੇਸਾ ਵੀ ਧਰ ਦਿੱਤਾ, ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ, ਪਰਮੇਸ਼ਰ ਨੇ ਕਿਰਪਾ ਕੀਤੀ, ਤੁਹਾਡੇ ਦਰਸ਼ਨ ਕਰਵਾਏ ਨੇ, ਤੁਹਾਡੇ ਦਰਸ਼ਨ ਕਰਾਂਗਾ, ਤੁਹਾਡਾ ਉਪਦੇਸ਼ ਸਰਵਣ ਕਰਾਂਗਾ। ਮੈਂ ਸੱਚੇ ਪਾਤਸ਼ਾਹ ਮਨ ਘੜਨਾ ਵੀ ਸਿੱਖ ਲਵਾਂਗਾ। ਅੱਜ ਮੈਂ ਕਿੱਲੀਆਂ ਹੀ ਘੜਨੇ ਜਾਣਨਾ ਪਿਆ ਸਾਧ ਸੰਗਤ 'ਚ। ਉਹਦਾ ਪਿਆਰ, ਉਹਦੀ ਮਿਠਾਸ ਵੇਖ ਕੇ ਜਿੰਨਾ ਚਿਰ ਚੰਦ ਆਸਮਾਨ ਜਿਮੀ ਤੇ ਸੂਰਜ ਰਹਿਣਗੇ, ਤੁਸੀਂ ਭਾਈ ਲਾਲੋ ਦਾ, ਗੁਰੂ ਨਾਨਕ ਦਾ ਪ੍ਰੇਮ ਤੇ ਪਿਆਰ ਪੜ੍ਹਦੇ ਸੁਣਦੇ ਰਹੋਗੇ ਸਾਧ ਸੰਗਤ 'ਚ। ਸਦਾ ਅਧੀਨ ਦਾਸ ਕਾ ਜੋ, ਜਾਤ ਕੁਜਾਤ ਨ ਜਾਣੈ, ਗੁਣ ਚਤਰਾਈ ਰੀਝੈ ਨਾਹੀ, ਭਾਉ ਭਗਤ ਪਹਿਚਾਨੈ, ਦਿਜ ਖਤਰੀ ਤਜ ਬੈਸ ਤਹਾਂ, ਜੋ ਸੂਦਰ ਹਿਤੋ ਤਿਖਾਨਾ, ਜਾਏ ਦਾਸ ਕੋ ਭੋਜਨ ਕੀਨੋ, ਕੇਵਲ ਪ੍ਰੇਮ ਮਾਨਾ। ਸਾਧ ਸੰਗਤ 'ਚ ਗੁਰੂ ਨਾਨਕ ਸੱਚੇ ਪਾਤਸ਼ਾਹ ਰਹੇ। ਭਾਈ ਲਾਲੋ ਦਾ ਸੰਵਾਦ ਤੁਸੀਂ ਪੜ੍ਹਦੇ ਸੁਣਦੇ ਹੋ। ਮੈਂ ਗੱਲ ਕਿਹੜੀ ਕਰਦਾ ਸਾਂ ਪਿਆ, ਅੱਜ ਪਹਿਲਾ ਦਿਨ ਹੈ ਸਾਧ ਸੰਗਤ 'ਚ। ਕਿਹੜਾ? ਜਿਹੜਾ ਗੁਰੂ ਨਾਨਕ ਨੇ ਇੱਥੋਂ ਤੋਰਿਆ ਸਾਧ ਸੰਗਤ 'ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਰਾਮ ਸੱਚੇ ਪਾਤਸ਼ਾਹ ਫੌਜ 'ਚ ਲਾਹੌਰ ਦੇ 9 ਰੈਜੀਮੈਂਟ ਵਿੱਚ ਸਾਧ ਸੰਗਤ 'ਚ। ਸਰਦਾਰ ਲਹਿਣਾ ਸਿੰਘ ਕਰਜਾਖ, ਸਰਦਾਰ ਹਲੀ ਸਿੰਘ ਨਲਵੇ ਦਾ ਜਵਾਈ ਸਾਧ ਸੰਗਤ 'ਚ। ਇਹ ਵੀ ਸਤਿਗੁਰਾਂ ਦੇ ਨਾਲ ਹੀ ਫੌਜ 'ਚ ਸੀ, ਗੁਰੂ ਦੇ ਪਿਆਰਿਓ। ਇੱਕ ਦਿਨ ਲਾਹੌਰ ਦਰਬਾਰ 'ਚੋਂ ਨਿਕਲਿਆ ਤੇ ਕੀ ਵੇਖਦਾ ਹੈ, ਬੜਾ ਵੱਡਾ ਇਕੱਠ ਹੋਇਆ ਸਾਧ ਸੰਗਤ 'ਚ, ਬੜਾ ਵੱਡਾ ਇਕੱਠ ਹੈ। ਉਸ ਹਜੂਮ ਨੂੰ ਵੇਖ ਕੇ ਵੀ ਖਲੋ ਗਿਆ। ਕਿਸੇ ਨੂੰ ਪੁੱਛਦਾ ਕੀ ਗੱਲ ਹੈ, ਕੀ ਗੱਲ ਹੈ? ਕਹਿੰਦਾ ਸੰਤ ਜੀ, ਸਰਦਾਰ ਜੀ ਕੀ ਦਸੀਏ, ਇਹ ਦੱਸੋ ਕੀ ਦਸੀਏ। ਜਦੋਂ ਇੰਨੀ ਗੱਲ ਆਖੀ, ਜਦੋਂ ਇੰਨੀ ਗੱਲ ਆਖੀ, ਉਹ ਕਹਿੰਦਾ ਸਰਦਾਰ ਜੀ, ਇਸ ਲਾਹੌਰ ਸ਼ਹਿਰ ਦੇ ਵਿੱਚ ਇੱਕ ਮਾਈ ਹੈ, ਉਹ ਬੇਪਰਦੇ ਰਹਿੰਦੀ ਹੈ। ਉਹਨੂੰ ਤਨ ਢੱਕਣ ਦੇ ਵਾਸਤੇ ਕੋਈ ਦੁਸ਼ਾਲਾ, ਕੋਈ ਚਾਦਰ, ਕੋਈ ਬਸਤਰ ਦੇਈਏ, ਉਹ ਪੈਰਾਂ ਨਾਲ ਠੁਕਰਾ ਦਿੰਦੀ ਹੈ, ਨਹੀਂ ਪਰਵਾਹ ਕਰਦੀ। ਅੱਜ ਉਹ ਘਰ ਘਰ, ਦੁਕਾਨ ਦੁਕਾਨ ਤੇ, ਬਾਜ਼ਾਰ ਬਾਜ਼ਾਰ ਤੇ ਤਨ ਢੱਕਣ ਦੇ ਵਾਸਤੇ ਬਸਤਰ ਮੰਗਦੀ ਫਿਰਦੀ ਹੈ। ਤੇ ਆਹ ਕਾਰਨ ਇਹ ਹਜੂਮ ਇਕੱਠੇ ਹੋਣ ਦਾ, ਲੋਕ ਇਕੱਠੇ ਹੋਣ ਦਾ ਸਾਧ ਸੰਗਤ 'ਚ। ਜਦੋਂ ਸਰਦਾਰ ਲਹਿਣਾ ਸਿੰਘ ਨੇ ਗੱਲ ਸੁਣੀ, ਕਹਿੰਦਾ ਬੜੀ ਕਮਾਲ ਦੀ ਗੱਲ ਹੈ, ਇਸਤਰੀ ਦਾ ਜਾਮਾ ਤੇ ਬੇਪਰਦੇ ਰਹਿਣਾ, ਤੇ ਅੱਜ ਆਪਣੀ ਮਰਜ਼ੀ ਨਾਲ ਤਨ ਢੱਕਣ ਬਸਤਰ ਮੰਗਦੀ ਫਿਰਦੀ ਹੈ। ਉਹ ਵੀ ਖਲੋ ਗਏ ਸਾਧ ਸੰਗਤ 'ਚ। ਜਦੋਂ ਉਹ ਵੀ ਖਲੋ ਗਏ ਤੇ ਲੋਕ ਕਹਿੰਦੇ ਨੇ, ਮਾਂ ਅਸੀਂ ਤੈਨੂੰ ਵਧੀਆ ਤੋਂ ਵਧੀਆ ਦੁਸ਼ਾਲਾ ਦਿੰਦੇ ਹਾਂ, ਤੈਨੂੰ ਵਧੀਆ ਤੋਂ ਵਧੀਆ ਬਸਤਰ ਦਿੰਦੇ ਹਾਂ, ਤਨ ਢੱਕਣ ਵਾਸਤੇ, ਤੂੰ ਪੈਰਾਂ ਨੂੰ ਠੁਕਰਾ ਦਿੰਦੇ, ਅੱਜ ਕੀ ਗੱਲ ਹੋਈ ਹੈ? ਜਦੋਂ ਮਾਂ ਨੇ ਆਪਣੀ ਦ੍ਰਿਸ਼ਟੀ ਸਾਰਿਆਂ ਵੱਲ ਵੇਖੀ, ਕਹਿੰਦੀ ਪੁੱਤ, ਅੱਜ ਇਸ ਲਾਹੌਰ ਸ਼ਹਿਰ 'ਚ 2 ਮਰਦ ਆਏ ਨੇ, ਉਹਨਾਂ ਦੇ ਕੋਲੋਂ ਮੈਨੂੰ ਸ਼ਰਮ ਆਉਂਦੀ ਹੈ। ਜਦੋਂ ਮਾਤਾ ਨੇ ਗੱਲ ਇਹ ਆਖੀ ਤੇ ਲੋਕ ਆਂਦੇ ਨੇ, ਕੋਈ ਹੱਸਦਾ ਮੁਸਕਾਉਂਦਾ, ਕਹਿੰਦੇ ਮਾਂ ਅੱਗੇ ਲਾਹੌਰ ਸ਼ਹਿਰ 'ਚ ਕੋਈ ਨਹੀਂ ਸੀ ਰਹਿੰਦਾ, ਇੱਥੇ ਕੋਈ ਨਹੀਂ ਸੀ ਮਰਦ ਅੱਗੇ। ਮਾਂ ਕਹਿੰਦੀ ਪੁੱਤ, ਇੱਥੇ ਮਰਦ ਬਹੁਤ ਸੰਡ ਰਹਿੰਦੇ ਨੇ,
ਪਰ ਮੈਂ ਮਰਦ ਕਿਹਨੂੰ ਕਹਿੰਦੀ ਆ ਜਿਹੜੇ ਭਗਵਾਨ ਦਾ ਨਾਮ ਜਪਦਾ ਸਾਧ ਸੰਗਤ 'ਚ। ਅੱਜ ਇਸ ਲਾਹੌਰ 'ਚ 2 ਸਾਧੂ ਆਏ ਨੇ, ਉਹਨਾਂ ਸਾਧਾਂ ਦੇ ਕੋਲੋਂ ਮੈਨੂੰ ਸ਼ਰਮ ਹੁੰਦੀ ਆ ਪਈ। ਉਸ ਸ਼ਰਮ ਦੇ ਵਾਸਤੇ ਮੈਂ ਤਨ ਢੱਕਣ ਦੇ ਵਾਸਤੇ ਬਸਤਰ ਮੰਗਦੀ ਫਿਰਨੀ ਆ ਸਾਧ ਸੰਗਤ 'ਚ। ਜਦੋਂ ਮਾਤਾ ਨੇ ਗੱਲ ਆਖੀ, ਲਹਿਣਾ ਸਿੰਘ ਨੇ ਸੁਣੀ, ਤੇ ਸਾਧ ਸੰਗਤ ਜੀ ਕਹਿੰਦਾ ਤੇ ਸ਼ਰੈਣ ਜਾਪਦੀ ਵੀ ਸਾਧ ਸੰਗਤ 'ਚ ਮਾਈ ਸ਼ਰੈਣ ਹੈ। ਜਦੋਂ ਇਹ ਗੱਲ ਮਾਤਾ ਤੇ ਅਪੜ ਗਈ, ਕਹਿੰਦੀ ਕੋਈ ਨਹੀਂ ਪੁੱਤ, ਜਦੋਂ ਲੱਗੇਗੀ ਫਿਰ ਪਤਾ ਲੱਗੇਗਾ ਸਾਧ ਸੰਗਤ 'ਚ, ਜਦੋਂ ਲੱਗੇਗੀ ਨਾ ਫਿਰ ਪਤਾ ਲੱਗੇਗਾ। ਇੰਨੀ ਗੱਲ ਆਖਣ ਦੇ ਨਾਲ ਲਹਿਣਾ ਸਿੰਘ ਦਾ ਮਨ ਬਦਲ ਗਿਆ। ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਰੇ ਦੇਸ਼ ਦਾ ਦੌਰਾ ਕੀਤਾ ਤੇ 2.5 ਸਿੱਖ ਮਿਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸਾਧ ਸੰਗਤ 'ਚ। ਪਹਿਲਾ ਸਿੱਖ ਸਰਦਾਰ ਲਹਿਣਾ ਸਿੰਘ ਕਰਜਾਕ ਸਾਧ ਸੰਗਤ 'ਚ ਪਹਿਲਾ ਸਿੱਖ ਬਣਿਆ। ਮੈਂ ਅਰਜ਼ ਕਰਦਾ ਸੀ ਪਿਆ, ਇਹ ਜਿਹੜਾ ਆਪਾਂ ਕਥਾ ਕੀਰਤਨ ਸੇਵਾ ਸਿਮਰਨ ਸਤਿਗੁਰੂ ਦਾ ਦੀਦਾਰ ਕਰਨੇ ਆ ਪਏ, ਇਹਦੇ ਕਰਨ ਦੇ ਨਾਲ ਸਰੀਰਾਂ ਨੇ ਨਹੀਂ ਬਦਲਣਾ, ਇਹਦੇ ਕਰਨਾ ਮਨ ਨੇ ਬਦਲਣਾ। ਸਾਧ ਸੰਗਤ 'ਚ ਮਨ ਬਦਲ ਗਿਆ। ਜਦੋਂ ਤੁਸੀਂ ਘਰਾਂ ਨੂੰ ਜਾਣਾ, ਨਿਤਨੇਮ ਕਰਨਾ, ਪਾਠ ਪੂਜਾ ਕਰਨਾ, ਸੇਵਾ ਸਿਮਰਨ ਕਰਨਾ, ਪਰਉਪਕਾਰ ਕਰਨਾ, ਗੁਆਂਢੀਆਂ ਨੇ, ਨਗਰ ਨਿਵਾਸੀਆਂ ਨੇ, ਗਲੀ ਮਹੱਲਿਆਂ ਵਾਲੇ ਆਖਣਾ ਇਹ ਤਾਂ ਸ੍ਰੀ ਭੈਣੀ ਸਾਹਿਬ ਤੋਂ ਆਇਆ ਸਤਿਗੁਰਾਂ ਦੇ ਦਰਸ਼ਨ ਕਰਕੇ, ਇਹ ਅੱਗੇ ਕਿਸ ਦਾ ਕੀ ਬਣ ਗਿਆ, ਕੀ ਹੋ ਗਿਆ, ਇਹ ਚਰਚਾ ਚੱਲਣੀ ਹੈ ਸਾਡੀ ਫਿਰ ਸਾਧ ਸੰਗਤ 'ਚ। ਇਹ ਸੁਖਦਾਸ ਪ੍ਰਾਰਥਨਾ ਕਰਦਾ ਪਿਆ। ਜਦੋਂ ਮਨ ਬਦਲਿਆ, ਲਹਿਣਾ ਸਿੰਘ ਪਹਿਲਾ ਸਿੱਖ ਬਣਿਆ ਫਿਰ ਸਾਧ ਸੰਗਤ 'ਚ। ਦੂਸਰਾ ਸਿੱਖ ਬਾਬਾ ਜਮੀਤ ਸਿੰਘ ਕਾਨੇ ਕਾਛੇ ਵਾਲੇ ਸਾਧ ਸੰਗਤ ਜੀ। ਤੀਸਰੇ ਸਿੱਖ ਬਾਬਾ ਜਮੀਤ ਸਿੰਘ ਗਿੱਲ ਸਾਧ ਸੰਗਤ 'ਚ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗਿੱਲੀ ਗਏ, ਇਹ ਵਿਚਾਰ ਸਾਂਝਾ ਹੋਣ ਲੱਗਾ। ਸੱਚੇ ਪਾਤਸ਼ਾਹ ਬਾਬਾ ਜਮੀਤ ਸਿੰਘ ਗਿੱਲ ਕਹਿੰਦੇ ਨੇ, ਸੱਚੇ ਪਾਤਸ਼ਾਹ ਨਾਮ ਬੜੀ ਵੱਡੀ ਚੀਜ਼ ਹੈ, ਨਾਮ ਬੜੀ ਵੱਡੀ ਚੀਜ਼ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਬਾਬਾ ਜੀ ਇਹ ਤੁਹਾਡੀ ਗੱਲ ਠੀਕ ਹੈ, ਨਾਮ ਬਹੁਤ ਵੱਡੀ ਚੀਜ਼ ਹੈ, ਪਰ ਨਾਮ ਦੇ ਨਾਲੋਂ ਬਖਸ਼ਿਸ਼ ਵੱਡੀ ਚੀਜ਼ ਹੈ। ਤੇ ਇਸ ਬਖਸ਼ਿਸ਼ ਦੇ ਨਾਲ ਪਲੱਸ ਹੁਕਮ ਲਾਇਓ ਜੇ, ਮੇਰੀ ਬਖਸ਼ਿਸ਼ ਨਹੀਂ ਮੰਗੀ ਜਾਣੀ, ਹੁਕਮ ਚ ਰਹਿ ਕੇ ਬਖਸ਼ਿਸ਼ ਮੰਗਣੀ ਹੈ ਸਾਧ ਸੰਗਤ 'ਚ। ਹੁਕਮ ਚ ਰਹਿ ਕੇ ਗੁਰੂ ਦੇ ਪਿਆਰਿਓ, ਕਿਉਂਕਿ ਹੁਕਮ ਜਦੋਂ ਸੱਚੇ ਪਾਤਸ਼ਾਹ ਦਾ ਉਸ ਅਕਾਲ ਪੁਰਖ ਦਾ ਹੋ ਗਿਆ ਤੇ ਫਿਰ ਬਖਸ਼ਿਸ਼ ਮੰਗਣੀ ਸਾਧ ਸੰਗਤ 'ਚ। ਜਦੋਂ 1 ਵਾਰੀ 2 ਵਾਰੀ ਗੱਲ ਹੋਈ, ਬਾਬੇ ਦੇ ਤਸੱਲੀ ਨਾ ਹੋਈ ਸਾਧ ਸੰਗਤ 'ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਗਾਂਹ ਚੱਲ ਪਏ ਗੁਰੂ ਦੇ ਪਿਆਰਿਓ। ਜਦੋਂ ਗਾਂਹ ਚਲੇ ਗਏ, ਬਿਰਤੀ ਉਪਰਾਮ ਹੋ ਗਈ ਸਾਧ ਸੰਗਤ 'ਚ। ਬੜਾ ਯਤਨ ਕੀਤਾ, ਬੜਾ ਯਤਨ ਕਰਦੇ ਨੇ ਪਏ, ਪਰ ਬਿਰਤੀ ਨਹੀਂ ਲੱਗ ਪਈ ਸਾਧ ਸੰਗਤ 'ਚ। ਹੁਣ ਆਪਣੇ ਮਨ 'ਚ ਗੱਲ ਆ ਗਈ ਭਈ ਉਹਨਾਂ ਵੀ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਪਾਸੋਂ ਭਜਨ ਪੁੱਛਿਆ ਸੀ, ਤੇ ਮੈਂ ਵੀ ਗੁਰੂ ਬਾਲਕ ਸਿੰਘ ਦੇ ਪਾਸੋਂ ਭਜਨ ਪੁੱਛਿਆ। ਮੈਂ ਨਾ ਤੇ ਗੁਰੂ ਬਾਲਕ ਸਿੰਘ ਦੀ ਗੱਲ ਮੰਨੀ, ਕਿਹੜੀ ਭਈ ਠਾਕਰਾਂ ਤੇ ਪੂਰੀ ਸ਼ਰਧਾ ਰੱਖਣੀ ਹੈ, ਵਿਸ਼ਵਾਸ ਰੱਖਣਾ ਹੈ, ਪ੍ਰਤੀਤ ਰੱਖਣੀ ਹੈ, ਤੇ ਨਾ ਉਹਨਾਂ ਤੇ ਗੱਲ ਮੰਨੀ ਸਾਧ ਸੰਗਤ 'ਚ ਭਈ ਬਖਸ਼ਿਸ਼ ਵੱਡੀ ਹੈ, ਨਾਮ ਨਹੀਂ ਵੱਡਾ, ਬਖਸ਼ਿਸ਼ ਵੱਡੀ ਹੈ। ਤੇ ਮੈਂ ਤੇ ਆਪਣਾ ਸਾਰਾ ਗੁਆ ਬੈਠਾ ਸਾਧ ਸੰਗਤ 'ਚ, ਸਾਰਾ ਗੁਆ ਬੈਠਾ ਗੁਰੂ ਦੇ ਪਿਆਰਿਓ। ਇਹ ਜਦੋਂ, ਕਿਉਂਕਿ ਇਹ ਗੱਲ ਉਦੋਂ ਹੋਵੇਗੀ ਜਦੋਂ ਆਪਾਂ ਨਾਮ ਨਾਲ ਜੁੜਾਂਗੇ, ਫਿਰ ਤਕਲੀਫ ਮਹਿਸੂਸ ਹੋਣੀ ਹੈ ਭਈ ਸਾਡਾ ਮਨ। ਸਤਿ ਜੀ ਦਾਸ ਜਿਵੇਂ ਹੁਕਮ ਹੋਏਗਾ ਫਿਰ ਸੇਵਾ 'ਚ ਹਾਜ਼ਰ ਹੋਵਾਂਗਾ। ਸਭ ਮਾਈ ਭਾਈ ਉਸ ਪ੍ਰਯੋਗ ਤਪ ਤਪੱਸਿਆ ਦੇ ਬਾਨੀ ਦੀ ਹਾਜ਼ਰੀਆਂ ਭਰਦੇ ਹੋਏ ਸਭ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ।